ਅੱਜ ਆਪਾਂ ਇਲੈਕਟ੍ਰੋਸਟੈਟਿਕ ਸ਼ੀਲਡਿੰਗ ਬਾਰੇ ਡਿਸਕਸ ਕਰਾਂਗੇ ਕਿ ਇਲੈਕਟ੍ਰੋਸਟੈਟਿਕ ਸ਼ੀਲਡਿੰਗ ਕੀ ਹੁੰਦੀ ਆ। ਜਦੋਂ ਅਸੀਂ ਕੋਈ ਵੀ ਇਲੈਕਟ੍ਰਿਕ ਫੀਲਡ ਹੁੰਦਾ ਉਹਦੇ ਵਿੱਚ ਕੋਈ ਕੰਡਕਟਰ ਰੱਖ ਦਿੰਨੇ ਆ, ਠੀਕ ਹੈ। ਇਲੈਕਟ੍ਰਿਕ ਫੀਲਡ ਦੀ ਪੋਜ਼ਿਟਿਵ ਪਲੇਟ ਹੈ ਤੇ ਇੱਥੇ ਨੈਗੇਟਿਵਲੀ ਚਾਰਜਡ ਪਲੇਟ ਹੈ। ਇਲੈਕਟ੍ਰਿਕ ਫੀਲਡ ਲਾਈਨਸ ਹੋਣਗੀਆਂ, ਠੀਕ ਹੈ। ਸੌਰੀ, ਇਲੈਕਟ੍ਰਿਕ ਫੀਲਡ ਲਾਈਨਸ ਕੀ ਹੁੰਦੀਆਂ? ਪੋਜ਼ਿਟਿਵ ਟੂਵਰਡਸ ਨੈਗੇਟਿਵ, ठीक है। पॉजिटिव तो नैगेटिव वाल नूं इलैक्ट्रिक फील्ड लाइनस हैगियां। हुण इस इलैक्ट्रिक फील्ड दे विच अगर असीं कोई कंडक्टर रखता, सपोज आ कोई कंडक्टर आ साडे कोल, असीं इहनूं इलैक्ट्रिक फील्ड विच रखता तां इलैक्ट्रिक फील्ड दा इफैक्ट इस कंडक्टर ते पएगा, ठीक है। हुण साडे कोल कोई भी सैंसिटिव डिवाइस हो सकदा, बहुत ज़्यादा सैंसिटिव, जिहड़ा इलैक्ट्रिक फील्ड दे इफैक्ट नाल जल्दी खराब हो जाए, ठीक है। एवें दा डिवाइस असीं चाहुंदे नहीं उत्ते इलैक्ट्रिक फील्ड दा इफैक्ट पवे ज़्यादा ते ओह खराब हो जाए, ਤਾਂ ਅਸੀਂ ਐਵੇਂ ਦੇ ਡਿਵਾਈਸਿਸ ਨੂੰ, ਐਵੇਂ ਦੇ ਇਨਸਟਰੂਮੈਂਟਸ ਨੂੰ ਅਸੀਂ ਪ੍ਰੋਟੈਕਟ ਕਰਕੇ ਰੱਖਣ ਦੇ ਲਈ ਜੋ ਚੀਜ਼ ਯੂਜ਼ ਕਰਦੇ ਹਾਂ ਕੀ ਹੈ? ਇਲੈਕਟ੍ਰੋਸਟੈਟਿਕ ਸ਼ੀਲਡਿੰਗ। ਤਾਂ ਉਹਦੇ ਲਈ ਅਸੀਂ ਕੀ ਕਰਾਂਗੇ? ਇਸ ਜੋ ਆ ਡਿਵਾਈਸ ਹੈ, ਜੋ ਸੈਂਸਿਟਿਵ ਇਨਸਟਰੂਮੈਂਟ ਹੈ, ਇਹਦੇ ਆਲੇ ਦੁਆਲੇ ਇੱਕ ਅਸੀਂ ਸ਼ੀਲਡਿੰਗ ਕਰ ਦਾਂਗੇ। ਸ਼ੀਲਡਿੰਗ ਕਿਹਦੇ ਨਾਲ ਕਰਾਂਗੇ? ਹੋਲੋ ਕੰਡਕਟਰ ਦੇ ਨਾਲ। ਉਹ ਹੋਲੋ ਕੰਡਕਟਰ ਦੇ ਵਿੱਚੋਂ ਇਲੈਕਟ੍ਰਿਕ ਫੀਲਡ ਪਾਸ ਨਹੀਂ ਹੋਏਗਾ। ਜਦੋਂ ਉਹਦੇ ਵਿੱਚੋਂ ਇਲੈਕਟ੍ਰਿਕ ਫੀਲਡ ਪਾਸ ਨਹੀਂ ਹੋਏਗਾ, ਇਟ ਮੀਨਸ ਉਹਦੇ ਅੰਦਰ ਇਲੈਕਟ੍ਰਿਕ ਫੀਲਡ ਜ਼ੀਰੋ ਆ। ਜੇਕਰ ਇਲੈਕਟ੍ਰਿਕ ਫੀਲਡ ਜ਼ੀਰੋ ਹੋਏਗਾ ਤਾਂ ਡਿਵਾਈਸ ਨੂੰ ਕੋਈ ਇਫੈਕਟ ਹੀ ਨਹੀਂ ਪੈ ਰਿਹਾ ਇਲੈਕਟ੍ਰਿਕ ਫੀਲਡ ਨਾਲ, ਠੀਕ ਹੈ। ਤਾਂ ਫਿਰ ਉਹਦੇ ਨਾਲ ਕੀ ਹੋਏਗਾ? ਡਿਵਾਈਸ ਪ੍ਰੋਪਰ ਵਰਕ ਕਰੇਗਾ, ਉਹਨੂੰ ਇਲੈਕਟ੍ਰਿਕ ਫੀਲਡ ਦਾ ਕੋਈ ਇਫੈਕਟ ਨਹੀਂ ਹੋਏਗਾ। ਤਾਂ ਹੁਣ ਆ ਫਸਟ ਕੇਸ ਲੈਤਾ ਸੀ ਅਸੀਂ, ਜਦੋਂ ਅਸੀਂ ਉਹਨੂੰ ਕੀ ਕੀਤਾ? ਇਲੈਕਟ੍ਰਿਕ ਫੀਲਡ ਵਿੱਚ ਰੱਖਤਾ। ਸੈਕੰਡਲੀ ਅਸੀਂ ਕੀ ਦੇਖਦੇ ਪਏ ਹਾਂ ਕਿ ਜਦੋਂ ਅਸੀਂ ਇਲੈਕਟ੍ਰਿਕ ਫੀਲਡ ਦੇ ਵਿੱਚ ਡਿਵਾਈਸ ਨੂੰ ਤਾਂ ਰੱਖ ਰਹੇ ਹਾਂ, ਪਰ ਡਿਵਾਈਸ ਨੂੰ ਰੱਖਣ ਦੇ ਨਾਲ ਨਾਲ ਅਸੀਂ ਉਹਦੇ ਆਲੇ ਦੁਆਲੇ ਇੱਕ ਸ਼ੀਲਡਿੰਗ ਕਰ ਦਿੰਨੇ ਆ। ਮੰਨ ਲੈਂਦੇ ਆ ਕਿ ਆ ਸਾਡੇ ਕੋਲ ਇੱਕ ਹੋਲੋ ਸ਼ੀਲਡਿੰਗ ਆ, ਠੀਕ ਹੈ। ਹੋਲੋ ਕੰਡਕਟਰ ਬੋਲ ਸਕਦੇ ਹਾਂ ਅਸੀਂ ਇਹਨੂੰ, ਹੋਲੋ ਕੰਡਕਟਰ। ਹੁਣ ਜੋ ਹੋਲੋ ਕੰਡਕਟਰ ਇਹਦੇ ਵਿੱਚੋਂ ਤਾਂ ਇਲੈਕਟ੍ਰਿਕ ਫੀਲਡ ਪਾਸ ਨਹੀਂ ਹੋਏਗਾ, ਤਾਂ ਜੋ ਇਲੈਕਟ੍ਰਿਕ ਫੀਲਡ ਆ ਸਾਡਾ ਕਿਹਦੇ ਵਿੱਚੋਂ ਪਾਸ ਹੋਏਗਾ? ਸਿੰਪਲੀ ਇਥੋਂ ਪੋਜ਼ਿਟਿਵ ਤੋਂ ਜਾਏਗਾ ਇੱਧਰ ਵੱਲ ਨੂੰ, ਬਸ ਇਹਦਾ ਕੋਈ ਇਫੈਕਟ ਨਹੀਂ ਹੋਏਗਾ। ਇਦਾਂ ਇਲੈਕਟ੍ਰਿਕ ਫੀਲਡ ਦਾ ਅਸੀਂ ਇਦਾਂ ਹੀ ਅਸਿਊਮ ਕਰਦੇ ਹਾਂ, ਠੀਕ ਹੈ ਜੀ। ਤਾਂ ਹੁਣ ਜਦੋਂ ਅਸੀਂ ਇਹਦੇ ਅੰਦਰ ਜਿਹੜਾ ਸੈਂਸਿਟਿਵ ਡਿਵਾਈਸ ਆ ਉਹ ਤਾਂ ਪਿਆ ਹੀ ਹੈ ਸਾਡਾ, ਆ ਸਾਡਾ ਕੀ ਸੀ? ਸੈਂਸਿਟਿਵ ਡਿਵਾਈਸ। ਇੱਥੇ ਹੁਣ ਕੀ ਹੋ ਗਿਆ? ਇਲੈਕਟ੍ਰਿਕ ਫੀਲਡ ਜ਼ੀਰੋ, ਚਾਰਜ ਵੀ ਜ਼ੀਰੋ, ਤਾਂ ਡਿਵਾਈਸ ਸਾਡਾ ਪ੍ਰੋਪਰ ਵਰਕ ਕਰੇਗਾ, ਠੀਕ ਹੈ। ਤਾਂ ਕੀ ਹੈ? ਦ ਮੈਥਡ ਆਫ ਪ੍ਰੋਟੈਕਟਿੰਗ ਦ ਰੀਜਨ from the effect of electric field is called electrostatic shielding। ਤਾਂ ਇਹਦੇ ਲਈ ਅਸੀਂ ਲਿਖ ਸਕਦੇ ਹਾਂ ਕਿ ਜੋ sensitive instrument and appliances are affected seriously with strong electric field, their working suffer and they may not work properly under the effect of electric field। Okay, next, the electrostatic shielding can be achieved by protecting and enclosing the sensitive instrument inside a hollow conductor where electric field is zero। The absence of electric field inside the conductor means no electric force act inside it. Thus, inner side of the hollow conductor remain unaffected by the electric field। In other words, we can say the instrument inside the hollow conductor remain shielded। यही रीजन है कि असी कार विच या बस विच सेफली रह सकते हैं। लाइटनिंग हो रही है, बिजली, या फिर जो बहुत ज़्यादा नेहरी तूफान आ रहा होंदा, इंस्टैड ऑफ कि दरख्त के नीचे खड़ना, दरख्त के नीचे खड़ना ज़्यादा डेंजरस होंदा। ਉਹਦਾ ਰੀਜ਼ਨ ਇਹੀ ਹੈ ਇਲੈਕਟ੍ਰੋਸਟੈਟਿਕ ਸ਼ੀਲਡਿੰਗ। ਨੈਕਸਟ ਆਪਾਂ ਟੌਪਿਕ ਡਿਸਕਸ ਕਰਦੇ ਹਾਂ ਕਿ ਡਾਈਇਲੈਕਟ੍ਰਿਕਸ ਐਂਡ ਪੋਲਰਾਈਜ਼ੇਬਿਲਿਟੀ ਕੀ ਹੁੰਦਾ। ਉਸ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਜਿਹੜੇ ਨਾਨ ਕੰਡਕਟਿੰਗ ਸਬਸਟੈਂਸਿਸ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ। ਟਾਈਪਸ ਆਫ ਨਾਨ ਕੰਡਕਟਿੰਗ ਸਬਸਟੈਂਸਿਸ ਕੀ ਹੈ? ਟੂ ਟਾਈਪਸ ਨੇ। ਫਰਸਟ ਹੈ ਪੋਲਰ ਔਰ ਸੈਕਿੰਡ ਹੈ ਨਾਨ ਪੋਲਰ। ਤਾਂ ਫਸਟ ਆਪਾਂ ਪੋਲਰ ਮੋਲੀਕਿਊਲਸ ਜਾਂ ਪੋਲਰ ਸਬਸਟੈਂਸਿਸ ਬਾਰੇ ਗੱਲ ਕਰਦੇ ਹਾਂ। ਪੋਲਰ ਸਬਸਟੈਂਸਿਸ ਕਿਹੜੇ ਹੁੰਦੇ ਨੇ? ਉਹ ਵਾਲੇ ਸਬਸਟੈਂਸਿਸ ਜਿਹਦਾ ਸੈਂਟਰ ਆਫ ਮਾਸ ਜਿਹੜਾ ਪੋਜ਼ਿਟਿਵ ਚਾਰਜ ਦਾ ਔਰ ਨੈਗੇਟਿਵ ਚਾਰਜ ਦਾ ਦੋਨੋਂ ਕੋਇਨਸਾਈਡ ਨਹੀਂ ਕਰਦੇ, ਮੀਨਸ ਸੇਮ ਪੁਆਇੰਟ ਤੇ ਨਹੀਂ ਹੁੰਦੇ, ਠੀਕ ਹੈ। ਜਿੱਦਾਂ ਅਸੀਂ ਐਗਜ਼ਾਮਪਲ ਦੇਖ ਸਕਦੇ ਹਾਂ HCl ਜਾਂ H2O। ਇਹਦੇ ਵਿੱਚ HCl ਦੇ ਵਿੱਚ ਕੀ ਹੈ? ਹਾਈਡਰੋਜਨ ਪੋਜ਼ਿਟਿਵ ਪੋਲੈਰਿਟੀ ਦਾ
और क्लोरीन की है साडे कोल नैगेटिव पोलैरिटी का, ठीक है। और सेंटर ऑफ ग्रैविटी है जो पॉजिटिव ते नैगेटिव चार्ज है सेम ते नहीं हैगी, ठीक है। एवें दे मॉलीक्यूल्स की हुंदे आ पोलर मॉलीक्यूल्स। तो पोलर मॉलीक्यूल्स की ने द मॉलीक्यूल्स इन विच द सेंटर ऑफ मास ऑफ पॉजिटिव चार्ज डज नॉट कोइंसाइड, मतलब सेम पॉइंट ऊपर होना, विद द सेंटर ऑफ मास ऑफ नेगेटिव चार्ज वैन दी नो एक्सटर्नल फील्ड इज अप्लाइड। जो कोई भी बाहरों फील्ड नहीं अप्लाई किया होया तो दोनों सैपरेट ने, सेम पॉइंट ऊपर नहीं होने चाहिए। तो हमें मॉलीक्यूल्स की है पोलर मॉलीक्यूल्स, जिमें CO2 NH3 ये सारे दे सारे की है पोलर मॉलीक्यूल्स। इन्हां दी पहला तो ही डायपोल मूवमेंट कुछ ना कुछ हुंदी आ, ठीक है। उसनूं असीं P नाल रिप्रेजेंट करदे हुंदे। इन्हां दी पहला तो ही फिक्सड डायपोल मूवमेंट कुछ ना कुछ हुंदी आ। इन्हां दी कोई सिमेट्री नहीं हुंदी शेप दे विच, रैंडम शेप हुंदी आ। ਜਦੋਂ ਇਹਨਾਂ ਪੋਲਰ ਮੋਲੀਕਿਊਲਸ ਨੂੰ ਅਸੀਂ ਇਲੈਕਟ੍ਰਿਕ ਫੀਲਡ ਵਿੱਚ ਰੱਖ ਦਿੰਨੇ ਆ ਤਾਂ ਕੀ ਹੁੰਦਾ, ਪਹਿਲਾਂ ਜਦੋਂ ਸਿੰਪਲ ਪਿਆ ਬਿਨਾ ਇਲੈਕਟ੍ਰਿਕ ਫੀਲਡ ਦੇ, ਸਪੋਜ਼ ਆ ਕੋਈ ਵੀ ਕੰਡਕਟਰ ਹੈ, ਨਾਨ ਕੰਡਕਟਿੰਗ ਮਟੀਰੀਅਲ ਆ, ਇਹਦੇ ਵਿੱਚ ਕੀ ਆ ਜਿਹੜੇ ਨੋਨ ਪੋਲਰ ਮੋਲੀਕਿਊਲਸ ਆ ਉਹ ਰੈਂਡਮਲੀ ਪਏ ਹੋਏ ਆ, ਠੀਕ ਹੈ। ਇਦਾਂ ਜਦੋਂ ਰੈਂਡਮ ਪਏ ਹੋਣਗੇ ਇਹਨਾਂ ਸਾਰਿਆਂ ਦੀ ਆਪਣੀ ਆਪਣੀ ਡਾਇਪੋਲ ਮੂਵਮੈਂਟ ਤਾਂ ਹੋਊਗੀ, ठीक है। इनकी कुछ डायपोल मूवमेंट है, सारे की डायपोल मूवमेंट है, पर कोई एक फिक्सड डायरेक्शन में नहीं पाए हुए, रैंडम पाए हुए आ, तो नैट डायपोल मूवमेंट की होगी इन्हां दी 0, ठीक है। जो कोई भी रैंडम पाए होंगे एलीमेंट्स तो उन्होंने डायपोल मूवमेंट असी 0 लवांगे। हुण असीं इन्हां नूं इलैक्ट्रिक फील्ड विच रखांगे। जदों असीं इन्हां नूं इलैक्ट्रिक फील्ड विच रखिया तो की होऊगा, इधरली साइड पॉजिटिव इलैक्ट्रिक फील्ड इधर नैगेटिव, तो आपकी डायरैक्शन इलैक्ट्रिक फील्ड दी है। तो जो है डायपोल्स है अपने आप को अलाइन करना शुरू करनगे किदां इलैक्ट्रिक फील्ड की डायरैक्शन दे विच, ठीक है। हुण इधर नैगेटिव चार्ज है, इधरली साइड ते की होणगे पॉजिटिव चार्ज वाले अलाइन होना शुरू हो जाएंगे। तो इन्हां दी अलाइनमेंट कुछ इदां दी हो जाएगी, ठीक है। इधरली साइड नैगेटिव वाले, इधर पॉजिटिव वाले, तो प्रॉपर अलाइनमेंट होगी। इस तरह की कुछ फिक्सड डायपोल मूवमेंट आ जाएगी। वो डायपोल मूवमेंट की होएगी P। पहला तो इकल्ले दी डायपोल मूवमेंट, एदी भी कुछ डायपोल मूवमेंट, एदी भी कुछ डायपोल मूवमेंट इकल्ले दी सीगी और टोटल डायपोल मूवमेंट 0 सीगी। हुण इकल्ले दी तो जो है वो हैगी हुई है, बट टोटल डायपोल मूवमेंट भी एदी कुछ आ जाएगी, दैट इज P। इहदे विच की होएगा ना, जदों खुद की डायपोल मूवमेंट जो हैगी आ उही डायपोल मूवमेंट होएगी, पर उन्हां सारिआं दा सम हो जाएगा क्योंकि सेम डायरैक्शन दे विच होने शुरू हो गए। हुण नैक्सट टाइप के सबसटांसिस देखते हो कि है नॉन पोलर सबसटांसिस। नॉन पोलर सबसटांसिस किहड़े हुंदे आ, उवें दे सबसटांसिस जिन्हां दा सेंटर ऑफ ग्रैविटी जिहड़ी पॉजिटिव चार्ज दी है ते नैगेटिव चार्ज दी है सेम पॉइंट ते होवे, जिद्दां O2 मॉलीक्यूल, N2 मॉलीक्यूल, H2 मॉलीक्यूल, जिन्हां दी सेंटर ऑफ ग्रैविटी ऑफ पॉजिटिव चार्ज और नैगेटिव चार्ज दोनों कोइंसाइड करदे होण, ठीक है। तो नॉन पोलर मॉलीक्यूल्स किहड़े आ या सबसटांसिस बोल सकते हैं किहड़े आ, मॉलीक्यूल्स इन विच द सेंटर ऑफ मास ऑफ पॉजिटिव चार्ज कोइंसाइड विद द सेंटर ऑफ मास ऑफ नेगेटिव चार्ज, दे आर कॉल्ड नॉन पोलर मॉलीक्यूल्स और सबसटांसिस। सपोज जिवें असीं H2 कह रहे हैं, H2 एक हाइड्रोजन हो गया, दूसरा इदां ही जुड़े होणगे, आ H आ दूसरा H, ਇਹਦਾ ਜਿਹੜਾ ਸੈਂਟਰ ਤੇ ਇਹਦਾ ਸੈਂਟਰ ਦੋਨੋਂ ਆਲਮੋਸਟ ਕੋਇਨਸਾਈਡ ਕਰਦੇ, ਅਗਰ ਅਸੀਂ ਦੋਨਾਂ ਦੀ ਐਵਰੇਜ ਕੱਢਾਂਗੇ ਤਾਂ ਇੱਥੇ ਆਊਗੀ, ਠੀਕ ਹੈ। ਤਾਂ ਦੋਨੋਂ ਕੋਇਨਸਾਈਡ ਕਰ ਰਹੇ ਆ ਤਾਂ ਸੇਮ ਪੁਆਇੰਟ ਉੱਤੇ ਲਾਈ ਕਰਦੇ ਪਏ ਆ। ਇਹਨਾਂ ਦੀ ਖੁਦ ਦੀ ਕੋਈ ਡਾਇਪੋਲ ਮੂਵਮੈਂਟ ਨਹੀਂ ਹੈਗੀ। ਇਹਨਾਂ ਦੀ H2 ਮੋਲੀਕਿਊਲ ਦੀ ਖੁਦ ਦੀ ਡਾਇਪੋਲ ਮੂਵਮੈਂਟ ਕੀ ਹੈ, P = 0। ਜਿਵੇਂ ਇੱਥੇ HCl ਸੀ, ਇਹਨਾਂ ਦੀ ਖੁਦ ਦੀ ਡਾਇਪੋਲ ਮੂਵਮੈਂਟ ਸੀ ਨਾ, ਇੰਡੀਵਿਜੂਅਲ ਇਹਦੀ ਡਾਇਪੋਲ ਮੂਵਮੈਂਟ ਕੁਝ ਸੀਗੀ, ਠੀਕ ਹੈ, ਬਟ ਇਹਨਾਂ ਦੀ ਖੁਦ ਦੀ ਡਾਇਪੋਲ ਮੂਵਮੈਂਟ ਕੀ ਹੈ, 0। ਹੁਣ ਐਵੇਂ ਦੀ ਮੋਲੀਕਿਊਲਸ ਦੇ ਵਿੱਚ ਦੇਖੋ ਇਹਦੇ ਵਿੱਚ ਕੀ ਹੋ ਰਿਹਾ ਸੀ ਕਿ ਹਾਈਡਰੋਜਨ ਹੈ ਦੋਨੋਂ, ਤਾਂ ਦੋਨਾਂ ਦੇ ਜਿਹੜੇ ਪੋਜ਼ਿਟਿਵ ਚਾਰਜ ਹੈ ਇੱਥੇ ਸੈਂਟਰ ਵਿੱਚ ਲੈ ਲੇ, ਦੋਨੋਂ ਦੇ ਦੋਨੋਂ ਇਕੱਠਾ ਬਣਾਤਾ H2 ਮੋਲੀਕਿਊਲ ਹੈ, ਦੋ ਪੋਜ਼ਿਟਿਵ ਚਾਰਜ ਹੋ ਕੇ ਔਰ ਦੋਨਾਂ ਦੇ ਇਲੈਕਟ੍ਰੋਨਸ ਰਿਵੋਲਵ ਕਰਦੇ ਹੋਣਗੇ, ਠੀਕ ਹੈ। ਇੱਕ ਇਲੈਕਟ੍ਰੋਨ ਆ ਲੈ ਲਿਆ, ਦੂਸਰਾ ਇਲੈਕਟ੍ਰੋਨ ਆ ਲੈ ਲਿਆ। ਹੁਣ ਕੀ ਹੋਊਗਾ, ਅਸੀਂ ਇਲੈਕਟ੍ਰਿਕ ਫੀਲਡ ਅਪਲਾਈ ਕਰਾਂਗੇ। ਇੱਥੇ ਕੀ ਆ, ਕੋਈ ਇਲੈਕਟ੍ਰਿਕ ਫੀਲਡ ਨਹੀਂ ਹੈਗਾ, E = 0, ਇੱਥੇ P ਵੀ 0 है, ठीक है। अगले केस दे विच सैकेंडली असी की करांगे, इलैक्ट्रिक फील्ड अप्लाई किया, इलैक्ट्रिक फील्ड इस डायरैक्शन दे विच अप्लाई किया। इलैक्ट्रिक फील्ड की हुंदा हमेशा पॉजिटिव तो नैगेटिव वाल हुंदा, मीनस इलैक्ट्रिक फील्ड दे लई या पॉजिटिव वाली डायरैक्शन होएगी ते इधर वाली नैगेटिव।
ਤਾਂ ਕੀ ਹੋਏਗਾ ਇਹਦੇ ਅੰਦਰ ਹੁਣ ਜਿਹੜਾ ਪੋਜ਼ਿਟਿਵ ਚਾਰਜ ਹੈ ਜਦੋਂ ਦੇਖੋ ਇਹਨੂੰ ਇਲੈਕਟ੍ਰਿਕ ਫੀਲਡ ਵਿੱਚ ਰੱਖਾਂਗੇ ਕੀ ਹੋਊਗਾ ਪੋਜ਼ਿਟਿਵ ਚਾਰਜ ਹੈ ਨੈਗੇਟਿਵ ਵੱਲ ਜਾਣਾ ਸ਼ੁਰੂ ਹੋਊਗਾ ਇਧਰਲੀ ਸਾਈਡ ਨੈਗੇਟਿਵ ਹੈ ਤਾਂ ਸਾਰਾ ਪੋਜ਼ਿਟਿਵ ਚਾਰਜ ਇੱਧਰ ਆना शुरू हो जाऊगा ठीक है और ਜਿਹੜਾ ਨੈਗੇਟਿਵ ਚਾਰਜ ਇਲੈਕਟ੍ਰੋਨ ਹੈ ਦੋਨੋਂ ਦੇ ਦੋਨੋਂ ਕੀ ਹੋਣਗੇ ਇਸ ਪੋਜ਼ਿਟਿਵ ਚਾਰਜ ਵਾਲੀ ਡਾਇਰੈਕਸ਼ਨ ਚ ਆने शुरू हो जाएंगे ਤਾਂ ਕੁਝ ਇਦਾਂ ਦਾ ਪੈਟਰਨ ਬਣ ਜੂ ਇਲੈਕਟ੍ਰੋਨਸ ਇੱਧਰ ਆ ਗਏ ਇਲੈਕਟ੍ਰੋਨਸ ਪੋਜ਼ਿਟਿਵ ਵੱਲ ਆ ਗਏ ਔਰ ਜੋ ਪੋਜ਼ਿਟਿਵ ਚਾਰਜ ਨਿਊਕਲੀਅਸ ਹੁੰਦਾ ਉਹ ਨੈਗੇਟਿਵ ਚਾਰਜ ਆਫ ਇਲੈਕਟ੍ਰਿਕ ਫੀਲਡ ਵੱਲ ਆ ਗਿਆ ਇਟ ਮੀਨਸ ਕੀ ਕਹਿ ਸਕਦੇ ਆ ਕਿ ਜਿਹੜਾ ਪੋਜ਼ਿਟਿਵ ਚਾਰਜ ਆ ਇੱਧਰ ਵਾਲੀ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਇੱਕ ਫੋਰਸ ਐਕਸਪੀਰੀਅੰਸ ਕਰਦਾ ਉਹ ਫੋਰਸ ਨੂੰ ਅਸੀਂ ਕੀ ਕਹਿ ਦਾਂਗੇ Q into E ਔਰ ਜੋ ਇਲੈਕਟ੍ਰੋਨਸ ਨੇ ਉਹ ਕੀ ਐਕਸਪੀਰੀਅੰਸ ਕਰਦੇ ਪਏ ਆ ਫੋਰਸ opposite to the direction of electric field क्योंकि इलेक्ट्रॉन्स इधर सी के इधर सी दोनों दे दोनों इस डायरेक्शन च आ गए आवली डायरेक्शन मेरी की है इलैक्ट्रिक फील्ड दी डायरेक्शन आ ठीक है इलैक्ट्रॉन्स opposite डायरेक्शन च मोशन कीते मींस इन्हां नूं फोर्स opposite डायरेक्शन टू इलैक्ट्रिक फील्ड अप्लाई हुई तो उन्होंने ਅਸੀਂ ਕੀ ਕਹਿ ਦਾਂਗੇ नेगेटिव ऑफ QE ठीक है जी तो इन्हां दोनों दे विच आ पॉजिटिव चार्ज और नेगेटिव चार्ज एक डायपोल क्रिएट करदे हुंदे आ ठीक है तो इन्हां दोनों दे विच की हो गया एक डायपोल मूवमेंट जनरेट हो गया तो इन्हां दी की होगी डायपोल मूवमेंट इन्हां दे विच पहला कोई डायपोल मूवमेंट नहीं सी क्योंकि नॉन पोलर सबस्टांसिस आ बट जदों इन्हूं इलैक्ट्रिक फील्ड विच रखोगे तो इहदे विच डायपोल मूवमेंट जनरेट होएगी और जिहड़ियां नैगेटिव चार्ज पार्टिकल्स आ इलैक्ट्रॉन्स आ किन्ने इस डायरेक्शन दे वाल अलाइन होणगे जिन्नी ज़्यादा स्ट्रोंग इलैक्ट्रिक फील्ड होएगी मीनस जिन्ना ज़्यादा स्ट्रोंग इलैक्ट्रिक फील्ड होएगा उन्नी ज़्यादा डायपोल मूवमेंट जनरेट होएगी नैक्सट टर्म असी पढ़ते हैं पोलराइजेबिलिटी अगर असी सिंगल मॉलिक्यूल लैने हैं ठीक है ਉਹਦੇ ਅੰਦਰ ਜਿਹੜੀ ਡਾਇਪੋਲ ਮੂਵਮੈਂਟ ਹੁਣੇ ਅਸੀਂ ਦੇਖਿਆ ਸੀ ਕਿ ਡਾਇਪੋਲ ਮੂਵਮੈਂਟ P ਆ ਉਹ ਜਿਹੜੀ ਡਾਇਪੋਲ ਮੂਵਮੈਂਟ ਜਨਰੇਟ ਹੋ ਰਹੀ ਹੈ ਉਹ ਕਿਹਦੇ ਤੇ ਡਿਪੈਂਡ ਕਰਦੀ ਪਈ ਹੈ ਜਿੰਨਾ ਜ਼ਿਆਦਾ ਇਲੈਕਟ੍ਰਿਕ ਫੀਲਡ ਅਸੀਂ ਅਪਲਾਈ ਕਰਾਂਗੇ ਔਰ ਕਿਹੜੇ ਮੀਡੀਅਮ ਦੇ ਵਿੱਚ ਰੱਖਦੇ ਪਏ ਆ ਉਹਦੀ ਪਰਮਿਟਿਵਿਟੀ ਕੀ ਆ ਅਸੀਂ ਸਿੰਪਲੀ 에ਅਰ ਦੀ ਗੱਲ ਕਰਦੇ ਆ ਜਾਂ ਵੈਕਿਊਮ ਦੀ ਗੱਲ ਕਰਦੇ ਪਏ ਆ ਤਾਂ ਉਹਦੀ परमिटिविटी ਅਸੀਂ एप्सिलॉन नॉट ले लेने एब्सोल्यूट परमिटिविटी ਤਾਂ P जो डायपोल मूवमेंट है वो डायरेक्टली प्रोपोर्शनल की है कितना ज़्यादा इलैक्ट्रिक फील्ड अप्लाई करदा पिया ਉਹਦੇ ठीक है प्रोपोर्शनलिटी ਦਾ साइन रिमूव करांगे देन की आ जाएगा इज इक्वल्स टू और ਇਹਦੇ ਨਾਲ ਕੀ ਆਏਗਾ ਇੱਕ कांस्टेंट ਅਸੀਂ ਆ अल्फा लगाता इस साइन ਨੂੰ ਅਸੀਂ ਬੋਲਦੇ ਆ अल्फा सिर्फ सिंबल ਨੂੰ अल्फा बोलते हैं ठीक है एप्सिलॉन और T एज इट इज रह गया नैक्सट जो अल्फा हैगा इत्थे रिप्रजेंट की करदा साइन नू अल्फा रीड करदे हैं रीड एज अल्फा ठीक है और जो आ सिंबल है की रिप्रजेंट करदा रिप्रजेंट मॉलिक्यूलर पोलराइजेबिलिटी जो अल्फा साइन है रिप्रजेंट करता है मॉलिक्यूलर पोलराइजेबिलिटी और रीड असी इहनूं अल्फा करते हैं ठीक है जी तो असी अल्फा यानी कि पोलराइजेबिलिटी की वैल्यू कटते हैं कि आएगी अल्फा इज इक्वल्स टू P आ दोनों टर्म्स इधर आके की होंगी डिवाइड P डिवाइड बाय एप्सिलॉन नॉट E ठीक है जी हुण असी जो आ पोलराइजेबिलिटी है यूनिट्स देखते हैं यूनिट्स ऑफ पोलराइजेबिलिटी की होंगे इनके यूनिट्स या फिर असी अल्फा साइन बोल सकते हैं यूनिट्स ऑफ P यानी कि डायपोल मूवमेंट डिवाइड बाय यूनिट ऑफ दिस एप्सिलॉन नॉट इनटू यूनिट ऑफ इलैक्ट्रिक फील्ड E P इत्थे की है डायपोल मूवमेंट और डायपोल मूवमेंट की हुंदी है P की रिप्रेजेंट करती हुंदी है डायपोल मूवमेंट प्रोडक्ट ऑफ चार्ज एंड डिस्टेंस बिटवीन दी चार्जेस यानी जिन्हों असी 2a रिप्रेजेंट करते हुंदे सी क्योंकि असी चार्ज दे यूनिट कूलम हुंदे और 2a डिस्टेंस दे यूनिट मीटर होणगे C वड्डी M छोटी C फॉर कूलम M फॉर मीटर सो इत्थे असी लिख दांगे कैपिटल C स्मॉल m कूलम मीटर एप्सिलॉन नॉट दे यूनिट की हुंदे आ कूलम स्केयर C वड्डी है न्यूटन रेज टू पावर -1 मीटर रेज टू पावर -2 तो इत्थे असी पुट करांगे C स्केयर न्यूटन रेज टू पावर -1 M रेज टू पावर -2 ये वाले यूनिट्स एप्सिलॉन नॉट दे या P दे आपां इलैक्ट्रिक फील्ड वाले चैप्टर दे विच ड्राइव कीते सी इलैक्ट्रिक फील्ड की हुंदा
E इज इक्वल्स टू F अपॉन क्यू, F ਦੇ यूनिट की ਹੁੰਦੇ ਆ ਨਿਊਟਨ, क्यू ਦੇ ਕੂਲਮ, ਨੀਚੇ ਆ ਉੱਪਰ ਜਾ ਕੇ -1, ਸੋ ਨਿਊਟਨ ਪਰ ਕੂਲਮ। ਇਹਨਾਂ ਨੂੰ ਸੋਲਵ ਕਰਦੇ ਆ। कूलम इंटू मीटर, नीचे कूलम स्क्वायर, जो न्यूटन नीचे -1 है ऊपर जाके कला न्यूटन बन जाएगा, ऊपर +1 बन जाएगी, ठीक है। नीचे m दी पावर -2 है ऊपर जाके m स्क्वायर, नीचे कला न्यूटन ही रहेगा। कूलम इत्थे -1 है ऊपर जाके कूलम, तो की बन गया कूलम इंटू कूलम, कूलम स्क्वायर, न्यूटन एज इट इज रह गया, मीटर स्क्वायर इंटू मीटर, मीटर क्यूब, डिवाइड बाय कूलम स्क्वायर न्यूटन, ठीक है जी। कूलम स्क्वायर न्यूटन कट की रह गया मीटर क्यूब, की है मीटर क्यूब, अल्फा यानी पोलराइजेबिलिटी दे यूनिट्स। तब पोलराइजेबिलिटी दे यूनिट यानी अल्फा दे यूनिट्स किहदे नाल मैच करते पे आ, मीटर क्यूब वॉल्यूम दे नाल। वॉल्यूम दे यूनिट भी मीटर क्यूब ही हुंदे आ।